ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਪਹਿਲੀ ਪੌੜੀ। ਆਦਿ ਸੱਚ ਜੁਗਾਦਿ ਸੱਚ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਹਨੇਰੀ ਰਾਤ ਭਾਦੋ ਦੀ ਮੱਸਿਆ, ਬੱਦਲਾਂ ਦੀ ਗੜਗੜਾਹਟ, ਵਿੱਚ ਬਿਜਲੀ ਦਾ ਚਮਕਣਾ, ਮੀਂਹ ਦੇ ਛਰਾਟੇ। ਪਿੰਡ ਪੂਰਾ ਸੁੱਤਾ ਹੋਇਆ ਸੀ। ਬਸ ਨਾਨਕ ਦੇ ਗੀਤ ਦੀ ਗੂੰਜ ਸੀ। ਰਾਤ ਦੇਰ ਤੱਕ ਗਾਉਂਦੇ ਰਹੇ। ਨਾਨਕ ਦੀ ਮਾਂ ਡਰੀ। ਅੱਧੀ ਰਾਤ ਤੋਂ ਵੱਧ ਰਾਤ ਬੀਤ ਗਈ। ਕੋਈ 3 ਵੱਜਣ ਵਾਲੇ ਸਨ। ਨਾਨਕ ਦੇ ਕਮਰੇ ਦਾ ਦੀਵਾ ਬਲ ਰਿਹਾ ਸੀ। ਵਿੱਚ ਗੀਤ ਦੀ ਆਵਾਜ਼ ਆਉਂਦੀ ਹੈ। ਨਾਨਕ ਦੇ ਦਰਵਾਜ਼ੇ 'ਤੇ ਨਾਨਕ ਦੀ ਮਾਂ ਨੇ ਦਸਤਕ ਦਿੱਤੀ ਤੇ ਕਿਹਾ, ਪੁੱਤਰ ਹੁਣ ਸੌ ਵੀ ਜਾ, ਰਾਤ ਲਗਭਗ ਮੁੱਕਣ ਵਾਲੀ ਹੈ। ਨਾਨਕ ਚੁੱਪ ਹੋਏ ਤੇ ਉਸ ਰਾਤ ਦੇ ਹਨੇਰੇ ਵਿੱਚ ਇੱਕ ਪਪੀਹੇ ਨੇ ਜ਼ੋਰ ਨਾਲ ਪਿਊ ਪਿਊ ਕਿਹਾ। ਨਾਨਕ ਨੇ ਕਿਹਾ, ਸੁਣੋ ਮਾਂ, ਆਪੇ ਪਪੀਹਾ ਵੀ ਚੁੱਪ ਨਹੀਂ ਹੋਇਆ। ਆਪਣੇ ਪਿਆਰਿਆਂ ਨੂੰ ਪੁਕਾਰ ਰਿਹਾ ਹੈ ਤਾਂ ਮੈਂ ਕਿਵੇਂ ਚੁੱਪ ਹੋ ਜਾਵਾਂ। ਇਸ ਪਪੀਹੇ ਨਾਲ ਮੇਰੀ ਹੋੜ ਲੱਗੀ ਹੈ। ਜਦੋਂ ਤੱਕ ਇਹ ਗਾਉਂਦਾ ਰਹੇਗਾ, ਪੁਕਾਰਦਾ ਰਹੇਗਾ, ਮੈਂ ਵੀ ਪੁਕਾਰਦਾ ਰਹਾਂਗਾ। ਇਸ ਦਾ ਪਿਆਰਾ ਤਾਂ ਬਹੁਤ ਕੋਲ ਹੈ, ਮੇਰਾ ਪਿਆਰਾ ਤਾਂ ਬਹੁਤ ਦੂਰ ਹੈ। ਜਨਮ ਗਾਉਂਦਾ ਰਹਾਂ ਤਾਂ ਹੀ ਉਸ ਤੱਕ ਪੁੱਜ ਸਕਾਂਗਾ। ਰਾਤ ਦੇ ਦਿਨ ਦਾ ਹਿਸਾਬ ਨਹੀਂ ਰੱਖਿਆ ਜਾ ਸਕਦਾ। ਨਾਨਕ ਨੇ ਸਿਰਫ ਗਾਉਣਾ ਸ਼ੁਰੂ ਕਰ ਦਿੱਤਾ। ਨਾਨਕ ਨੇ ਪਰਮਾਤਮਾ ਨੂੰ ਗਾ ਕੇ ਪਾਈਆਂ ਗੀਤਾਂ ਨਾਲ ਆਟੀਆਂ ਪਈਆਂ ਹੈ। ਨਾਨਕ ਦਾ ਰਾਹ ਇਸ ਲਈ ਨਾਨਕ ਦੀ ਭਾਲ ਬੜੀ ਵੱਖਰੀ ਹੈ। ਪਹਿਲਾਂ ਗੱਲ ਸਮਝ ਲੈਣੀ ਜ਼ਰੂਰੀ ਹੈ ਕਿ ਨਾਨਕ ਨੇ ਯੋਗ ਨਹੀਂ ਕੀਤਾ, ਤਪ ਨਹੀਂ ਕੀਤਾ, ਧਿਆਨ ਨਹੀਂ ਕੀਤਾ। ਨਾਨਕ ਨੇ ਸਿਰਫ ਗਾਇਆ ਅਤੇ ਗਾ ਕੇ ਪਾ ਲਿਆ। ਪਰ ਗਾਇਆ ਉਹਨਾਂ ਨੇ ਪੂਰਾ ਪ੍ਰਾਣ ਨਾਲ ਕਿ ਗੀਤ ਹੀ ਧਿਆਨ ਹੋ ਗਿਆ, ਗੀਤ ਹੀ ਯੋਗ ਬਣ ਗਿਆ, ਗੀਤ ਹੀ ਤਪ ਹੋ ਗਿਆ। ਜਦੋਂ ਵੀ ਕੋਈ ਸਮਰੱਥ ਪੂਰੇ ਪ੍ਰਾਣਾਂ ਨਾਲ ਕਿਸੇ ਵੀ ਕਿਰਤ ਨੂੰ ਕਰਦਾ ਹੈ, ਉਹੀ ਕਿਰਤ ਕਰਮ ਮਾਰਗ ਬਣ ਜਾਂਦਾ ਹੈ। ਤੁਸੀਂ ਧਿਆਨ ਵੀ ਕਰੋ ਅਧੂਰਾ ਤਾਂ ਵੀ ਪੁੱਜ ਨਹੀਂ ਸਕੋਗੇ। ਤੁਸੀਂ ਪੂਰੇ ਹਿਰਦੇ ਨਾਲ, ਆਪਣੀ ਸਮਗਤਾ ਨਾਲ ਇੱਕ ਗੀਤ ਵੀ ਗਾ ਦਿਓ, ਇੱਕ ਨਾਚ ਵੀ ਨੱਚ ਲਵੋ ਤਾਂ ਵੀ ਪੁੱਜ ਜਾਓਗੇ। ਤੁਸੀਂ ਹੀ ਕਹਿੰਦੇ ਹੋ ਕਿ ਇਹ ਸਵਾਲ ਨਹੀਂ, ਪੂਰੀ ਸਮਗਰਤਾ ਨਾਲ ਕਰਦੇ ਹੋ ਜਾਂ ਅਧੂਰੇ ਇਹ ਸਵਾਲ ਨੇ। ਪਰਮਾਤਮਾ ਦੇ ਰਾਹ 'ਤੇ ਨਾਨਕ ਲਈ ਗੀਤ ਅਤੇ ਫੁੱਲ ਵੀ ਵਿਛੇ ਹੋਏ ਹਨ। ਇਸ ਲਈ ਉਹਨਾਂ ਨੇ ਜੋ ਵੀ ਕਿਹਾ ਹੈ ਨਾ, ਗਾ ਕੇ ਕਿਹਾ ਹੈ। ਉਹਨਾਂ ਦਾ ਰਾਹ ਬਹੁਤ ਮਧੁਰ ਹੈ, ਰਸ ਭਰਿਆ ਹੈ। ਕੱਲ੍ਹ ਅਸੀਂ ਕਬੀਰ ਦੀ ਗੱਲ ਕਰ ਰਹੇ ਸਾਂ। ਨਾਨਕ ਉਹਨਾਂ ਹੀ ਹਨ ਜੋ ਬਿਨਾਂ ਤੋਲੇ ਪੀ ਗਏ, ਫਿਰ ਜੀਵਨ ਭਰ ਗਾਉਂਦੇ ਰਹੇ। ਇਸ ਗੀਤ ਸਧਾਰਨ ਗਾਇਕ ਦੇ ਨਹੀਂ, ਇਹ ਗੀਤ ਉਸਦੇ ਹਨ ਜਿਸਨੇ ਜਾਣਿਆ ਇਹਨਾਂ ਗੀਤਾਂ ਦਾ ਸੱਤਿਅ ਦੀ ਭਣਕ, ਇਹਨਾਂ ਗੀਤਾਂ 'ਚ ਪਰਮਾਤਮਾ ਦੀ ਝਲਕ। ਦੂਜੀ ਗੱਲ ਜਪਜੀ ਦੇ ਜਨਮ ਦੇ ਸੰਬੰਧ ਵਿੱਚ ਹੈ। ਜਿਸ ਭਾਦੋ ਦੀ ਰਾਤ ਦੀ ਮੈਂ ਗੱਲ ਕੀਤੀ, ਤਦ ਨਾਨਕ ਦੀ ਉਮਰ ਰਹੀ ਹੋਣੀ ਹੈ ਕੋਈ 16-17 ਸਾਲ। ਜਪਜੀ ਦਾ ਜਨਮ ਹੋਇਆ ਤਾਂ ਉਹਨਾਂ ਦੀ ਉਮਰ ਸੀ ਕੋਈ 36 ਵਰ੍ਹੇ 6 ਮਹੀਨੇ 15 ਦਿਨ। ਜਿਸ ਘਟਨਾ ਦਾ ਮੈਂ ਜ਼ਿਕਰ ਕੀਤਾ, ਉਸ ਭਾਦੋ ਦੀ ਰਾਤ ਉਹ ਸਾਧਕ ਸਨ, ਭਾਲ 'ਚ ਸਨ, ਪਿਆਰਿਆਂ ਦੀ ਪੁਕਾਰ ਚੱਲ ਰਹੀ ਸੀ। ਪਿਊ ਪਿਊ ਅਜੇ ਪਪੀਹਾ ਰੱਟ ਲਗਾ ਰਿਹਾ ਸੀ, ਅਜੇ ਮਿਲਨ ਨਹੀਂ ਸੀ ਹੋਇਆ। ਜਪਜੀ ਦਾ ਜਦ ਜਨਮ ਹੋਇਆ, ਉਸ ਮਿਲਨ ਦੇ ਪਿੱਛੋਂ ਉਹਨਾਂ ਦਾ ਪਹਿਲਾ ਫਰਮਾਨ ਸੀ, ਪਪੀਹੇ ਨੇ ਪਾ ਲਿਆ ਹੈ ਆਪਣੇ ਪਿਆਰਿਆਂ ਨੂੰ। ਪਿਊ ਪਿਊ ਦੀ ਰਟਣ ਪੂਰੀ ਹੋਈ, ਮਿਲਨ ਹੋ ਗਿਆ। ਉਸ ਮਿਲਨ ਤੋਂ ਜਿਹੜਾ ਪਹਿਲਾ ਫਰਮਾਨ ਹੋਇਆ ਉਹ ਜਪਜੀ ਸਾਹਿਬ ਹੈ। ਇਸ ਲਈ ਨਾਨਕ ਦੀ ਬਾਣੀ 'ਚ ਜੋ ਮੁੱਲ ਜਪਜੀ ਦਾ ਹੈ, ਉਹ ਕਿਸੇ ਹੋਰ ਗੱਲ ਦਾ ਨਹੀਂ। ਜਪਜੀ ਤਾਜ਼ੀ ਤੋਂ ਤਾਜ਼ੀ ਖਬਰ ਹੈ ਉਸ ਲੋਕ ਦੀ ਜਿੱਥੇ ਮੁੜ ਕੇ ਉਹਨਾਂ ਨੇ ਜੋ ਪਹਿਲੀ ਗੱਲ ਕਹੀ, ਉਹ ਹੈ ਜਪਜੀ। ਉਸ ਜਗਤ ਤੋਂ ਇਸ ਜਗਤ ਵਿੱਚ ਆਉਣ 'ਤੇ ਪਹਿਲੇ ਸ਼ਬਦ ਪੂੰਗਰੇ, ਉਹੀ ਜਪਜੀ ਹੈ। ਉਸ ਘਟਨਾ ਨੂੰ ਵੀ ਸਮਝ ਲੈਣਾ ਹੈ। ਨਦੀ ਦੇ ਕੰਢੇ 'ਤੇ ਰਾਤ ਦੇ ਹਨੇਰੇ 'ਚ ਆਪਣੇ ਸਾਥੀ ਤੇ ਸੇਵਕ ਮਰਦਾਨੇ ਦੇ ਨਾਲ ਉਹ ਨਦੀ ਦੇ ਕੰਢੇ 'ਤੇ ਬੈਠੇ ਸਨ। ਅਚਾਨਕ ਉਹਨਾਂ ਨੇ ਕੱਪੜੇ ਲਾਹ ਦਿੱਤੇ। ਬਿਨਾਂ ਕੁਝ ਕਹੇ ਉਹ ਨਦੀ ਵਿੱਚ ਉਤਰ ਗਏ। ਮਰਦਾਨਾ ਪੁੱਛਦਾ ਹੀ ਰਹਿ ਗਿਆ, ਕੀ ਕਰਦੇ ਹੋ? ਰਾਤ ਠੰਡੀ ਹੈ, ਹਨੇਰੀ ਹੈ, ਦੂਰ ਨਦੀ ਹੈ। ਉਹ ਚਲੇ ਗਏ। ਮਰਦਾਨਾ ਪਿੱਛੇ ਗਿਆ। ਨਾਨਕ ਨੇ ਟੁੱਬੀ ਮਾਰੀ।
ਮਰਦਾਨਾ ਸੋਚਦਾ ਸੀ ਪਲ ਦੋ ਪਲ ਵਿੱਚ ਬਾਹਰ ਆ ਜਾਣਗੇ। ਫਿਰ ਉਹ ਬਾਹਰ ਨਹੀਂ ਆਏ। 5-10 ਮਿੰਟ ਤਾਂ ਮਰਦਾਨੇ ਨੇ ਰਾਹ ਦੇਖੀ। ਫਿਰ ਉਹ ਲੱਭਣ ਲੱਗ ਗਿਆ ਕਿ ਉਹ ਕਿਤੇ ਗੁਆਚ ਗਏ। ਫਿਰ ਉਸ ਨੇ ਪੁਕਾਰਨ ਲੱਗਾ ਪਿਆ ਤੇ ਕੰਢੇ ਕੰਢੇ ਨੱਠਣ ਲੱਗਾ। ਕਿੱਥੇ ਹੋ, ਬੋਲੋ, ਆਵਾਜ਼ ਦਿਓ। ਉਸਨੂੰ ਇਵੇਂ ਜਾਪਿਆ ਜਿਵੇਂ ਨਦੀ ਦੀ ਲਹਿਰ ਲਹਿਰ 'ਚੋਂ ਆਵਾਜ਼ ਆਉਂਦੀ ਹੈ, ਧੀਰਜ ਰੱਖੋ, ਧੀਰਜ ਰੱਖੋ। ਪਰ ਗੁਰੂ ਨਾਨਕ ਦੀ ਕੋਈ ਸੁੱਧ ਨਹੀਂ। ਉਹ ਨੱਠਦਾ ਨੱਠਦਾ ਪਿੰਡ ਗਿਆ। ਅੱਧੀ ਰਾਤ ਲੋਕਾਂ ਨੂੰ ਜਗਾ ਦਿੱਤੀ। ਭੀੜ ਇਕੱਠੀ ਹੋਈ। ਨਾਨਕ ਨੂੰ ਸਾਰੇ ਪਿਆਰ ਕਰਦੇ ਸਨ। ਸਾਰਿਆਂ ਨੂੰ ਨਾਨਕ ਵਿੱਚ ਕੁਝ ਹੋਂਦ ਵਿਖਾਈ ਦਿੰਦੀ ਸੀ। ਨਾਨਕ ਦੀ ਮੌਜੂਦਗੀ 'ਚ ਸਾਰਿਆਂ ਨੂੰ ਖੁਸ਼ਬੂ ਮਹਿਸੂਸ ਹੁੰਦੀ ਸੀ। ਫੁੱਲ ਅਜੇ ਖਿੜਿਆ ਹੀ ਨਹੀਂ ਸੀ, ਪਰ ਕਲੀ ਵੀ ਤਾਂ ਖੁਸ਼ਬੂ ਦਿੰਦੀ ਹੈ। ਸਾਰਾ ਪਿੰਡ ਰੋਣ ਲੱਗਾ। ਭੀੜ ਇਕੱਠੀ ਹੋ ਗਈ। ਸਾਰੀ ਨਦੀ ਛਾਣ ਮਾਰੀ। ਇਸ ਕੋਨੇ 'ਤੇ ਉਸ ਕੋਨੇ 'ਤੇ ਲੋਕੀ ਨੱਠਣ ਭੱਜਣ ਲੱਗੇ, ਪਰ ਕੋਈ ਪਤਾ ਨਾ ਲੱਗਿਆ। 3 ਦਿਨ ਬੀਤ ਗਏ। ਲੋਕਾਂ ਦੇ ਮੰਨ ਲਿਆ ਕਿ ਨਾਨਕ ਨੂੰ ਕੋਈ ਜਾਨਵਰ ਖਾ ਗਿਆ ਹੈ। ਡੁੱਬ ਗਏ ਹਨ, ਬਹਿ ਗਏ ਹਨ, ਕਿਸੇ ਖਾਈ ਖੱਡ ਵਿੱਚ ਫਸ ਗਏ ਹਨ। ਮੰਨ ਹੀ ਲਿਆ ਸੀ ਕਿ ਮਰ ਗਏ ਹਨ। ਰੋਣਾ ਪਿੱਟਣਾ ਪੈ ਗਿਆ। ਘਰ ਦੇ ਲੋਕਾਂ ਨੇ ਵੀ ਸਮਝ ਲਿਆ ਕਿ ਹੁਣ ਮੁੜਨ ਦਾ ਕੋਈ ਉਪਾਅ ਨਹੀਂ ਰਿਹਾ। ਤੀਜੇ ਦਿਨ ਰਾਤ ਅਚਾਨਕ ਨਾਨਕ ਨਦੀ 'ਚੋਂ ਪ੍ਰਗਟ ਹੋ ਗਏ। ਜਦੋਂ ਉਹ ਨਦੀ 'ਚੋਂ ਪ੍ਰਗਟ ਹੋਏ ਤਾਂ ਜਪਜੀ ਉਹਨਾਂ ਦਾ ਪਹਿਲਾ ਵਚਨ ਸੀ। ਇਸ ਉਚਾਰਨ ਨਾਲ ਉਹਨਾਂ ਨੇ ਕਿਹਾ, ਕਹਾਣੀ ਇਵੇਂ ਹੈ। ਕਹਿੰਦਾ ਹਾਂ ਕਹਾਣੀ। ਕਹਾਣੀ ਦਾ ਮਤਲਬ ਹੁੰਦਾ ਹੈ ਜੋ ਸੱਚ ਵੀ ਤੇ ਨਹੀਂ ਵੀ। ਸੱਚ ਇਸ ਲਈ ਕਿ ਉਹ ਸੱਚਾਈ ਦੀ ਖਬਰ ਦਿੱਤੀ, ਤੇ ਸੱਚ ਇਸ ਲਈ ਨਹੀਂ ਕਿ ਕਹਾਣੀ ਹੀ ਹੈ, ਪ੍ਰਤੀਕਾਂ ਦਾ ਖਬਰ ਦਿੰਦੀ ਹੈ। ਸੋ ਜਿੰਨੀ ਗਹਿਰੀ ਗੱਲ ਕਰਨੀ ਹੋਵੇ ਓਨੇ ਹੀ ਪ੍ਰਤੀਕਾਂ ਦੀ ਭਾਲ ਕਰਨੀ ਪੈਂਦੀ ਹੈ। ਨਾਨਕ ਜਦ 3 ਦਿਨਾਂ ਲਈ ਨਦੀ ਵਿੱਚ ਗੁਆਚ ਗਏ ਤਾਂ ਕਹਾਣੀ ਹੈ ਕਿ ਉਹ ਪਰਮਾਤਮਾ ਦੇ ਦੁਆਰ ਤੋਂ ਪ੍ਰਗਟ ਹੋਏ। ਰੱਬ ਦਾ ਉਹਨਾਂ ਨੂੰ ਅਨੁਭਵ ਹੋਇਆ, ਜਾਣਿਆ। ਉਹਨਾਂ ਨੇ ਪਿਆਰਿਆਂ ਨੂੰ ਅੱਖੀਆਂ ਦੇ ਸਾਹਮਣੇ ਡਿੱਠਾ, ਜਿਸ ਨੂੰ ਉਹ ਪੁਕਾਰਦੇ ਸਨ। ਜਿਹੜਾ ਉਹਨਾਂ ਦੇ ਹਿਰਦੇ ਦੀ ਧੜਕਣ ਦਾ ਪਿਆਸਾ ਬਣਿਆ ਸੀ, ਉਸ ਨੂੰ ਸਾਹਮਣੇ ਵੇਖਿਆ, ਤ੍ਰਿਪਤ ਹੋ ਗਏ। ਤਾਂ ਪਰਮਾਤਮਾ ਨੇ ਕਿਹਾ, ਹੁਣ ਤੂੰ ਜਾ ਤੇ ਜੋ ਮੈਂ ਤੈਨੂੰ ਦਿੱਤਾ ਹੈ ਉਹ ਲੋਕਾਂ 'ਚ ਵੰਡ। ਜਪਜੀ ਉਹਨਾਂ ਦੀ ਪਹਿਲੀ ਭੇਟਾ ਹੈ ਪਰਮਾਤਮਾ ਕੋਲੋਂ ਪਰਤ ਕੇ। ਜਦੋਂ ਗੁਰੂ ਨਾਨਕ ਦੇਵ ਜੀ 3 ਦਿਨਾਂ ਬਾਅਦ ਬਈ ਨਦੀ ਤੋਂ ਬਾਹਰ ਆਏ ਸੀ ਤੇ ਉਹਨਾਂ ਨੇ ਜਪਜੀ ਦਾ ਪ੍ਰਚਾਰ ਕੀਤਾ। ਜਪਜੀ ਇੱਕ ਕਹਾਣੀ ਹੈ। ਇਸ ਦੇ ਪ੍ਰਤੀਕਾਂ ਨੂੰ ਸਮਝ ਲਵੋ। 1, ਜਦ ਤੱਕ ਤੁਸੀਂ ਗੁਆਚ ਨਾ ਜਾਓ, ਜਦ ਤੱਕ ਤੁਸੀਂ ਮਰ ਨਾ ਜਾਓ, ਉਦੋਂ ਤੱਕ ਪਰਮਾਤਮਾ ਨਾਲ ਕੋਈ ਮਿਲਾਪ ਨਹੀਂ ਹੁੰਦਾ। ਨਦੀ 'ਚ ਗੁੰਮ ਹੋ ਜਾਓ ਕਿ ਪਹਾੜ 'ਚ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਨਹੀਂ ਬਚਣੇ ਚਾਹੁੰਦੇ। ਤੁਹਾਡਾ ਗੁੰਮ ਹੋ ਜਾਣਾ ਹੀ ਉਸ ਦਾ ਹੋਣਾ ਹੈ। ਜਦ ਤੀਕਰ ਤੁਸੀਂ ਹੋ, ਉਹ ਨਹੀਂ ਹੋ ਪਾਏਗਾ। ਤੁਸੀਂ ਹੀ ਰੁਕਾਵਟ ਹੋ, ਤੁਸੀਂ ਹੀ ਦੀਵਾਰ ਹੋ। ਤਾਂ ਇਹ ਜੋ ਨਦੀ 'ਚ ਗੁਆਚ ਜਾਣ ਦੀ ਕਹਾਣੀ ਹੈ, ਤੁਹਾਨੂੰ ਵੀ ਗੁਆਚ ਜਾਣਾ ਪਵੇਗਾ, ਤੁਹਾਨੂੰ ਵੀ ਡੁੱਬ ਜਾਣਾ ਪਵੇਗਾ। 3 ਦਿਨ ਲੱਗਦੇ ਹਨ। ਇਸ ਲਈ ਤਾਂ ਅਸੀਂ ਜਦ ਆਦਮੀ ਮਰ ਜਾਂਦਾ ਹੈ ਤਾਂ ਤੀਜਾ ਮਨਾਉਂਦੇ ਹਾਂ। ਤੀਜਾ ਅਸੀਂ ਇਸ ਲਈ ਮਨਾਉਂਦੇ ਹਾਂ ਕਿ ਮਰਨ ਦੀ ਘਟਨਾ ਪੂਰੀ ਹੋਣ ਤੱਕ 3 ਦਿਨ ਲੱਗ ਜਾਂਦੇ ਹਨ। ਓਨਾ ਸਮਾਂ ਜ਼ਰੂਰੀ ਹੈ ਕਿ ਹੰਕਾਰ ਮਰਦਾ ਹੈ। ਇਸ ਲਈ ਕਹਾਣੀ 'ਚ 3 ਦਿਨ ਹਨ ਕਿ ਨਾਨਕ 3 ਦਿਨ ਨਦੀ 'ਚ ਗੁਆਚੇ ਰਹੇ। ਹੰਕਾਰ ਪੂਰਾ ਗਲ ਗਿਆ, ਮਰ ਗਿਆ ਤੇ ਨੇੜੇ ਗੁਆਂਢੀ, ਮਿੱਤਰ, ਪਿਆਰਿਆਂ ਦੇ ਪਰਿਵਾਰ ਦੇ ਲੋਕਾਂ ਨੂੰ ਤਾਂ ਹੰਕਾਰ ਹੀ ਵਿਖਾਈ ਦਿੰਦਾ ਹੈ। ਤੁਹਾਡੀ ਆਤਮਾ ਤਾਂ ਦਿਖਾਈ ਨਹੀਂ ਦਿੰਦੀ। ਇਸ ਲਈ ਉਹਨਾਂ ਨੇ ਤਾਂ ਸਮਝਾਇਆ ਨਾਨਕ ਮਰ ਗਏ। ਜਦੋਂ ਵੀ ਕੋਈ ਸੰਨਿਆਸੀ ਹੁੰਦਾ ਹੈ, ਘਰ ਦੇ ਲੋਕ ਸਮਝ ਲੈਂਦੇ ਹਨ ਕਿ ਮਰ ਗਿਆ ਹੈ। ਜਦੋਂ ਵੀ ਕੋਈ ਉਸ ਦੀ ਭਾਲ 'ਚ ਜਾਂਦਾ ਹੈ, ਘਰ ਦੇ ਲੋਕ ਮੰਨ ਲੈਂਦੇ ਹਨ ਕਿ ਮੁੱਕ ਗਿਆ ਹੈ, ਕਿਉਂਕਿ ਹੁਣ ਇਹ ਉਹ ਤੇ ਰਿਹਾ ਨਹੀਂ। ਪੁਰਾਣੀ ਜੰਜੀਰ ਟੁੱਟ ਗਈ ਹੈ, ਅਤੀਤ ਮਿਟ ਗਿਆ ਹੈ, ਹੁਣ ਨਵਾਂ ਹੋਇਆ ਹੈ। ਇਸ ਵਿਚਕਾਰ 3 ਦਿਨਾਂ ਦੀ ਖਾਈ ਹੈ। ਇਸ ਲਈ 3 ਦਿਨ ਪ੍ਰਤੀਕ ਹਨ। 3 ਦਿਨਾਂ ਪਿੱਛੋਂ ਨਾਨਕ ਪਰਤ ਆਏ। ਜੋ ਵੀ ਗੁਆਚਦਾ ਹੈ ਉਹ ਮੁੜ ਆਉਂਦਾ ਹੈ ਅਤੇ ਨਵਾਂ ਹੋ ਕੇ ਮੁੜਦਾ ਹੈ। ਜਿਹੜਾ ਵੀ ਜਾਂਦਾ ਹੈ ਉਸ ਰਾਸਤੇ ਉੱਤੋਂ ਮੁੜ ਜਾਂਦਾ ਹੈ। ਪਰ ਜਾ ਰਿਹਾ ਸੀ, ਜਦ ਪਿਆਸ ਸੀ, ਆਉਂਦਾ ਹੈ। ਜਦੋਂ ਸ਼ਹਿਨਸ਼ਾਹ ਹੋ ਕੇ ਆਉਂਦਾ ਹੈ,
ਜਿਹੜਾ ਵੀ ਪਰਮਾਤਮਾ 'ਚ ਲੀਨ ਹੁੰਦਾ ਹੈ, ਜਾਣ ਵੇਲੇ ਮੰਗਣ ਵਾਲਾ ਕਟੋਰਾ ਹੁੰਦਾ ਹੈ, ਆਉਣ ਵੇਲੇ ਵੰਡਣ ਲਈ ਅਥਾਹ ਧਨ ਹੁੰਦਾ ਹੈ। ਜਪਜੀ ਪਹਿਲੀ ਭੇਟ ਹੈ ਪਰਮਾਤਮਾ ਦੇ ਸਾਹਮਣੇ ਪ੍ਰਗਟ ਹੋਣਾ, ਪਿਆਰੇ ਨੂੰ ਪਾ ਲੈਣਾ। ਇਸ ਪ੍ਰਤੀਕਾਂ ਨੂੰ ਤੁਸੀਂ ਭਾਸ਼ਾਈ ਰੂਪ 'ਚ ਬਿਲਕੁਲ ਸੱਚ ਨਾ ਸਮਝ ਲੈਣਾ, ਕਿਉਂਕਿ ਕਿਤੇ ਕੋਈ ਪਰਮਾਤਮਾ ਬੈਠਾ ਹੋਇਆ ਨਹੀਂ ਹੈ ਜਿਸ ਦੇ ਅੱਗੇ ਤੁਸੀਂ ਪ੍ਰਗਟ ਹੋ ਜਾਓਗੇ। ਜੇਕਰ ਗੱਲ ਕਹਿਣੀ ਹੋਵੇ ਤਾਂ ਕੋਈ ਕੁਝ ਕਹਿਣ ਦਾ ਉਪਾਅ ਵੀ ਨਹੀਂ। ਜਦ ਤੁਸੀਂ ਮਿਟਦੇ ਹੋ ਤਾਂ ਵੀ ਅੱਖ ਦੇ ਸਾਹਮਣੇ ਹੁੰਦੇ ਹੋ। ਉਹੀ ਪਰਮਾਤਮਾ ਕੋਈ ਮਨੁੱਖ ਨਹੀਂ ਹੈ, ਪਰਮਾਤਮਾ ਨਿਰੰਕਾਰ ਸ਼ਕਤੀ ਹੈ। ਤੁਸੀਂ ਉਸ ਦੇ ਸਾਹਮਣੇ ਕਿਵੇਂ ਹੋ ਸਕੋਗੇ? ਜਿੱਥੇ ਤੁਸੀਂ ਵੇਖੋਗੇ ਉੱਥੇ ਹੀ ਹੈ। ਜੋ ਤੁਸੀਂ ਵੇਖੋਗੇ ਉਹੀ ਉਹ ਹੈ। ਜਿਸ ਦਿਨ ਅੱਖ ਖੁੱਲ੍ਹੇਗੀ ਸਭ ਉਹੀ ਹੈ। ਬਸ ਤੁਸੀਂ ਮਿਟ ਜਾਓਗੇ, ਅੱਖ ਖੁੱਲ੍ਹ ਜਾਏਗੀ। ਹੰਕਾਰ ਤੁਹਾਡੀ ਅੱਖ 'ਚ ਪਿਆ ਹੋਇਆ ਕੱਖ ਹੈ, ਉਸ ਦੇ ਹਟਦੇ ਹੀ ਪਰਮਾਤਮਾ ਪ੍ਰਗਟ ਹੋ ਜਾਏਗਾ। ਪਰਮਾਤਮਾ ਪ੍ਰਗਟ ਹੀ ਸੀ, ਤੁਸੀਂ ਹਜ਼ਾਰ ਨਹੀਂ ਸੀ। ਇਸ ਤਰ੍ਹਾਂ ਨਾਨਕ ਮਿਟੇ ਪਰਮਾਤਮਾ ਪ੍ਰਗਟ ਹੋ ਗਿਆ। ਜਿਵੇਂ ਹੀ ਪਰਮਾਤਮਾ ਪ੍ਰਗਟ ਹੁੰਦਾ ਹੈ, ਤੁਸੀਂ ਵੀ ਪਰਮਾਤਮਾ ਹੋ ਜਾਂਦੇ ਹੋ, ਕਿਉਂਕਿ ਉਸ ਦੇ ਸਿਵਾ ਹੋਰ ਕੁਝ ਨਹੀਂ ਹੁੰਦਾ। ਨਾਨਕ ਪਰਤੇ ਪਰਮਾਤਮਾ ਹੋ ਕੇ ਪਰਤੇ। ਫਿਰ ਉਹਨਾਂ ਦੇ ਜੋ ਕਿਹਾ, ਇੱਕ ਇੱਕ ਸ਼ਬਦ ਬਹੁਮੁੱਲਾ ਹੈ। ਫਿਰ ਇੱਕ ਇੱਕ ਸ਼ਬਦ ਅਸੀਂ ਕੋਈ ਵੀ ਕੀਮਤ ਦਈਏ ਤਾਂ ਵੀ ਉਹ ਛੋਟੀ ਪਵੇਗੀ। ਫਿਰ ਇੱਕ ਇੱਕ ਸ਼ਬਦ ਵੇਦ ਵਚਨ ਹੈ। ਹੁਣ ਅਸੀਂ ਜਪਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।